ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੀਂਹ ਦੀਆਂ ਖਬਰਾਂ ਨਹੀਂ ਮਿਲੀਆਂ, ਗਰਮੀ ਸੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਕਿ 48 ਘੰਟਿਆਂ ਦੇ ਵਿੱਚ ਪੰਜਾਬ 'ਚ ਮੋਹਲੇ ਤਾਰ ਮੀਂਹ ਵਰ ਸਕਦਾ ਹੈ, ਪਰ ਲੰਘੇ ਕੱਲ੍ਹ ਕਿਤੋਂ ਮੀਂਹ ਦੀ ਖਬਰ ਨਹੀਂ ਆਈ। ਪਰ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ। ਹਿਮਾਚਲ ਪ੍ਰਦੇਸ਼ ਦੇ ਵੱਲੋਂ ਇੱਕ ਕਹਿਰ ਦੀ ਖਬਰ ਆਈ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਖੇਤਰ ਦੇ ਵਿੱਚ ਬੱਸ ਜਾ ਰਹੀ ਸੀ, ਉੱਤੇ ਪਹਾੜ ਡਿੱਗ ਪਿਆ, ਬੱਸ ਦਬ ਗਈ ਥੱਲੇ, ਜਿਹਦੇ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਕਈ ਲੋਕ ਹਾਲੇ ਵੀ ਮਿੱਟੀ ਦੇ ਥੱਲੇ ਦੱਬੇ ਹੋਣ ਦੀ ਖਬਰ ਮਿਲੀ ਹੈ। ਇਹ ਵੀ ਪਤਾ ਲੱਗਾ ਕਈ ਕਾਰਾਂ ਤੇ ਕਈ ਮੋਟਰਸਾਈਕਲ ਜਿਹੜੇ ਜਾ ਰਹੇ ਸੀ ਉੱਥੋਂ ਬੱਸ ਦੇ ਅੱਗੇ ਪਿੱਛੇ, ਉਹ ਵੀ ਇਸ ਢਿੱਗ ਦੀ ਮਾਰ ਦੇ ਵਿੱਚ ਆ ਗਏ ਆ। ਪਹਾੜ ਉੱਥੇ ਭੁਰ ਕੇ ਡਿੱਗਿਆ, ਜਾਂ ਕਹਿ ਲਈਏ ਢਿੱਗ ਡਿੱਗ ਪਈ ਹੈ, ਜਿਹਦੇ ਕਰਕੇ ਬੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ। NDRF ਦੀਆਂ ਟੀਮਾਂ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ, ਪਰ ਲੋਕਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਦੋਸ਼ ਲਾਇਆ ਗਿਆ, ਰੋਸ ਜ਼ਾਹਰ ਕੀਤਾ ਗਿਆ ਵੀ 6 ਘੰਟੇ ਬਾਅਦ ਮਸ਼ੀਨਰੀ ਲੈ ਕੇ ਤੇ ਇੱਥੇ ਬਚਾਅ ਟੀਮ ਪਹੁੰਚੀ ਹੈ। ਜੇਕਰ ਵੇਲੇ ਸਿਰ ਟੀਮ ਪਹੁੰਚ ਜਾਂਦੀ ਤਾਂ ਸ਼ਾਇਦ ਕੁਝ ਲੋਕਾਂ ਦੀ ਜ਼ਿੰਦਗੀ ਬਚ ਸਕਦੀ ਸੀ। ਪਰ ਜ਼ਰਾ ਸੋਚ ਕੇ ਦੇਖੋ, 1 ਮਿੰਟ ਦੇ ਲਈ ਕਿਆਸ ਕਰਕੇ ਦੇਖੋ ਵੀ ਅਸੀਂ ਬੱਸ ਦੇ ਵਿੱਚ ਬੈਠੇ ਹਾਂ, ਅਸੀਂ ਕਾਰ ਦੇ ਵਿੱਚ ਜਾ ਰਹੇ ਹਾਂ, ਮੋਟਰਸਾਈਕਲ 'ਤੇ ਜਾ ਰਹੇ ਹਾਂ, ਪਤਾ ਹੀ ਨਹੀਂ ਕਿ ਅਗਲੇ ਸਕਿੰਟ ਦੇ ਵਿੱਚ ਅੱਖ ਝਪਕਦਿਆਂ ਕੀ ਤੋਂ ਕੀ ਹੋ ਜਾਣਾ। ਕਿਸੇ ਨੂੰ ਚਿੱਤਾ ਥੋੜ੍ਹੀ ਸੀ ਕਿ ਉੱਤੇ ਆ ਕੇ ਪਹਾੜ ਡਿੱਗ ਪੈਣਾ। ਪਰ ਜਿਹੜੀਆਂ ਅਸੀਂ ਵੀਡੀਓ ਦੇਖੀਆਂ ਉਹ ਲੂ ਕੰਡਾ ਖੜਾ ਕਰਨ ਵਾਲੀਆਂ। ਇੰਨਾ ਦੁੱਖ ਹੁੰਦਾ ਇਸ ਗੱਲ ਨੂੰ ਦੇਖ ਕੇ, ਕਿਉਂਕਿ ਉਹ ਵੀ ਸਾਡੇ ਭੈਣਾਂ ਵੀਰਾਂ ਦੇ ਵਿੱਚੋਂ ਹੀ ਆ ਜਿਹੜੇ ਕਿ ਇਸ ਵਕਤ ਮੌਤ ਦੀ ਬੁੱਕਲ 'ਚ ਚਲੇ ਗਏ। ਕਈ ਤਾਂ ਗੱਡੀਆਂ ਬਿਲਕੁਲ ਪ੍ਰੈਸ ਹੋ ਗਈਆਂ, ਜਿਵੇਂ ਬਿਲਕੁਲ ਪਿਚਕ ਗਈਆਂ ਉਹ ਗੱਡੀਆਂ। ਬਹੁਤ ਦੁੱਖ ਹੋਇਆ, ਯਕੀਨ ਮੰਨਿਓ, ਗੱਜ ਭਰਿਆ ਇਸ ਗੱਲ ਦੇ ਉੱਤੇ ਵੀ ਐਦਾਂ ਵੀ ਹੁੰਦਾ, ਇਉਂ ਵੀ ਹੋ ਸਕਦਾ। ਬੰਦੇ ਦਾ ਪਤਾ ਹੀ ਕੋਈ ਨਹੀਂ ਕਿ ਅਗਲੇ ਸਕਿੰਟ ਦੇ ਵਿੱਚ ਕੀ ਤੋਂ ਕੀ ਹੋ ਜਾਣਾ, ਕੀ ਤੋਂ ਕੀ ਵਾਪਰ ਜਾਣਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਐਤਕੀ ਆਮ ਨਾਲੋਂ ਵੱਧ ਮੀਂਹ ਪਏ ਆ, ਜਿਹਦੇ ਕਰਕੇ ਹੁਣ ਤੱਕ ਕਈ ਵਾਰ ਵੱਖ-ਵੱਖ ਥਾਵਾਂ ਦੇ ਉੱਤੇ ਢਿੱਗਾਂ ਡਿੱਗੀਆਂ। ਹੁਣ ਤੱਕ ਜਾਨੀ ਮਾਲੀ ਨੁਕਸਾਨ ਉੱਥੇ ਕਾਫੀ ਹੋ ਚੁੱਕਿਆ। ਤੇ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਹਿਮਾਚਲ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ। ਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਤੇ ਉੱਥੋਂ ਦੇ ਸੈਰ ਸਪਾਟਾ ਵਿਭਾਗ ਦੇ ਵੱਲੋਂ ਕਈ ਵਾਰ ਇਹ ਗੱਲ ਪਹਿਲਾਂ ਹੀ ਕਹੀ ਜਾ ਚੁੱਕੀ ਹੈ ਵੀ ਹਾਲੇ ਇੱਧਰ ਸਫ਼ਰ ਨਾ ਕਰੋ। ਤੇ ਇਹ ਵੀ ਪਤਾ ਲੱਗਾ ਜੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਲੇ ਰਾਹ ਪੱਧਰੇ ਹੋਣ ਦੇ ਉੱਤੇ, ਜਿਵੇਂ ਕਿ ਹੁਣ ਕਿੰਨੌਰ ਦੇ ਵਿੱਚ ਢਿੱਗਾਂ ਡਿੱਗੀਆਂ, ਰਾਹ ਪੱਧਰੇ ਕਰਨ ਦੇ ਵਿੱਚ, ਸੜਕ ਸਾਫ਼ ਕਰਨ ਦੇ ਉੱਤੇ ਸਮਾਂ ਲੱਗ ਜਾਣਾ। ਇਸ ਕਰਕੇ ਉਧਰਲੇ ਪਾਸੇ ਸਫ਼ਰ ਨਹੀਂ ਕਰਨਾ ਚਾਹੀਦਾ ਹਾਲ ਦੀ ਘੜੀ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਇੱਕ ਗੱਲ ਦੀ ਬੇਨਤੀ ਕਰਨੀ ਬਣਦੀ ਹੈ। ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋ ਸਕਦਾ, ਅਸੀਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੇ। ਸਭ ਦੀ ਆਪੋ ਆਪਣੀ ਇੱਛਾ, ਉਹਨੇ ਕਿਹੜੀ ਪਾਰਟੀ ਦੇ ਪ੍ਰਤੀ ਭਗਤੀ ਰੱਖਣੀ ਆ, ਪਰ ਅੰਨੀ ਭਗਤੀ ਨਾ ਰੱਖੋ। ਬੇਨਤੀ ਇਹ ਆ, ਕੋਈ ਕਿਸੇ ਦਾ ਪ੍ਰਸ਼ੰਸਕ ਹੋ ਸਕਦਾ, ਕੋਈ ਕਿਸੇ ਦਾ ਵੋਟਰ ਹੋ ਸਕਦਾ। ਵੋਟ ਪਾਉਣਾ ਤੁਹਾਡਾ ਅਧਿਕਾਰ ਆ, ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਇਹ ਤੁਹਾਡੀ ਨਿੱਜੀ ਮਰਜ਼ੀ ਆ, ਪਰ ਅੰਨੀ ਭਗਤੀ ਬਿਲਕੁਲ ਬੰਦ ਕਰ ਦਿਓ। ਭਾਵੇਂ ਕੋਈ BJP ਦਾ ਅੰਨਾ ਭਗਤ ਆ, ਭਾਵੇਂ ਕੋਈ ਕਾਂਗਰਸ ਦਾ ਅੰਨਾ ਭਗਤ ਆ, ਤੇ ਭਾਵੇਂ ਕਿਸੇ ਵੀ ਹੋਰ ਸਿਆਸੀ ਪਾਰਟੀ ਦੀ ਕੋਈ ਅੰਨੀ ਭਗਤੀ ਕਰਦਾ ਹੋਵੇ, ਉਹਦੇ ਨਾਲ ਅਸੀਂ ਆਪਣੇ ਵਿਅਕਤੀਤਵ ਦਾ, ਆਪਣੇ ਭਵਿੱਖ ਦਾ, ਆਪਣੇ ਵਰਤਮਾਨ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ। ਕਿਉਂਕਿ ਅਸੀਂ ਅੰਨੀ ਭਗਤੀ ਦੇ ਵਿੱਚ ਕਹਿ ਰਹੇ ਹਾਂ ਕਿ ਹਮਾਰਾ ਨੇਤਾ ਤਾਂ ਬਹੁਤ ਅੱਛਾ ਹੈ, ਹਮਾਰੇ ਨੇਤਾ ਜੈਸਾ ਹੈ ਹੀ ਕੋਈ ਨਹੀਂ। ਪਰ ਆਪਾਂ ਸੱਚ ਨੂੰ ਪਛਾਣਨਾ ਸਿੱਖੀਏ, ਕਿਉਂਕਿ ਅਸੀਂ ਹੁਣ ਤੱਕ ਲਾਈ ਲਗਤਾ ਦੇ ਵਿੱਚ, ਹੁਣ ਤੱਕ ਅਸੀਂ ਬਿਲਕੁਲ ਢੋਡਰ ਬਣ ਕੇ ਬਹੁਤ ਨੁਕਸਾਨ ਖੱਟ ਲਿਆ। ਥੋੜ੍ਹਾ ਜਿਹਾ ਦਿਮਾਗ ਦਾ ਬੂਹਾ ਖੋਲ੍ਹ ਕੇ ਇਸ ਵਕਤ ਸੋਚਣਾ ਸਿੱਖੀਏ। ਜਿਹੜਾ ਵੀ ਬੰਦਾ ਗਲਤ ਆ ਉਹਨੂੰ ਗਲਤ ਕਹੀਏ, ਜਿਹੜਾ ਵੀ ਬੰਦਾ ਸਹੀ ਆ ਉਹਨੂੰ ਸਹੀ ਕਹੀਏ। ਜਿਹੜੀ ਪਾਰਟੀ ਤੁਹਾਨੂੰ ਹੁਣ ਤੱਕ ਸਹੀ ਲੱਗਦੀ ਰਹੀ ਆ, ਤੇ ਜੇਕਰ ਅੱਜ ਤੁਸੀਂ ਉਹਦੇ ਉੱਤੇ ਕਿੰਤੂ ਕਰੋਗੇ ਤਰਕ ਦੇ ਆਧਾਰ ਦੇ ਉੱਤੇ, ਇਹਦੇ ਨਾਲ ਕੋਈ ਪਰਲੋ ਨਹੀਂ ਆ ਜਾਣੀ। ਇਸ ਕਰਕੇ ਜਿਹੜੇ ਲੋਕ ਤਰਕ ਦੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਬਰਦਾਸ਼ਤ ਕਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ, ਤੇ ਆਪ ਇਹ ਕਲਾ ਵੀ ਸਿੱਖਣੀ ਚਾਹੀਦੀ ਹੈ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਵੇਂ ਕਹਿਣਾ। ਜੇਕਰ ਆਪਾਂ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਮੇਰੀ ਪਾਰਟੀ ਫਲਾਣੀ ਬਹੁਤ ਚੰਗੀ ਆ, ਮੇਰੀ ਪਾਰਟੀ ਨੇ ਕਮਾਲਾਂ ਕੀਤੀਆਂ ਪਈਆਂ, ਫਿਰ ਉਹਨਾਂ ਲੋਕਾਂ ਦੇ ਵਿੱਚ ਤੇ ਗੋਦੀ ਮੀਡੀਆ ਦੇ ਵਿੱਚ ਕੋਈ ਫਰਕ ਨਹੀਂ। ਪਰ ਇਹਦੇ ਵਿੱਚ ਇੰਨਾ ਕੁ ਅੰਤਰ ਜ਼ਰੂਰ ਆ ਕਿ ਗੋਦੀ ਮੀਡੀਆ ਨੂੰ ਤਾਂ ਇਸ਼ਤਿਹਾਰ ਵੀ ਮਿਲਦੇ ਆ, ਤੇ ਰਾਜ ਸਭਾ ਦੀਆਂ ਮੈਂਬਰੀਆਂ ਵੀ ਮਿਲਦੀਆਂ। ਉਹ ਤਾਂ ਇਸ ਕਰਕੇ ਸਰਕਾਰੀ ਬੋਲੀ ਬੋਲਦੇ ਆ, ਤੇ ਆਪਾਂ ਐਵੇਂ ਜੁੰਡੋ ਜੁੰਡੀ ਹੋਈ ਜਾਂਦੇ ਆ। ਆਪਾਂ ਨੂੰ ਮਿਲਦਾ ਵੀ ਕੁਝ ਨਹੀਂ ਸਿਵਾਏ ਧੱਕਿਆਂ ਤੋਂ, ਸਿਵਾਏ ਧੱਫਿਆਂ ਤੋਂ। ਇਸ ਕਰਕੇ ਥੋੜ੍ਹੇ ਜਿਹੇ ਅਕਲ ਦੇ ਦਰਵਾਜ਼ੇ ਆਪਾਂ ਖੋਲ੍ਹਣੇ ਸ਼ੁਰੂ ਕਰੀਏ। ਕੋਈ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਵੱਲ ਜ਼ਰੂਰ ਆਉਣਾ ਚਾਹੀਦਾ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੀਟਿੰਗ ਦੇ ਨਾਲ। ਕਿਉਂਕਿ ਪ੍ਰਧਾਨ ਮੰਤਰੀ ਦੇ ਨਾਲ ਜੋ ਮੀਟਿੰਗ ਕੀਤੀ ਗਈ ਹੈ, ਖਬਰਾਂ ਦੇ ਮੁਤਾਬਕ ਕੈਪਟਨ ਨੇ ਉੱਥੇ ਜਾ ਕੇ ਗੱਲ ਕਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਵਕਤ ਕੁਝ ਕੁ ਅਸਮਾਜਿਕ ਤੱਤ ਆ ਜਿਹੜੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਗੱਲ ਕਹੀ ਗਈ ਹੈ ਕਿ ਜੇਕਰ ਇਹ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ,
ਜੇਕਰ ਕਿਸਾਨ ਅੰਦੋਲਨ ਲਗਾਤਾਰ ਚੱਲਦਾ, ਇਹਦੇ ਵਿੱਚ ਕੁਝ ਕੁ ਗਲਤ ਅਨਸਰ ਵੜ ਕੇ ਤੇ ਨੁਕਸਾਨ ਕਰ ਸਕਦੇ ਆ। ਇਸ ਵਕਤ ਪੰਜਾਬ ਦੀ ਰਾਜਨੀਤਿਕ ਆਬੋ ਹਵਾ ਦੇ ਵਿੱਚੋਂ ਜਿਹੋ ਜਿਹੀਆਂ ਖਬਰਾਂ ਆਉਂਦੀਆਂ ਆਪਾਂ ਉਹ ਵੀ ਪੜ੍ਹਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਸਰਹੱਦੀ ਖੇਤਰ ਦੇ ਵਿੱਚ ਟਿਫਨ ਬੰਬ ਮਿਲੇ ਆ, ਇਸ ਗੱਲ ਨੂੰ ਆਧਾਰ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਨੇ ਲੰਘੇ ਕੱਲ੍ਹ ਮੁਲਾਕਾਤ ਕੀਤੀ ਹੈ। ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਪ੍ਰਧਾਨ ਮੰਤਰੀ ਕੈਪਟਨ ਦੀ ਮੰਨਣਗੇ ਜਾਂ ਨਹੀਂ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਖੇਤੀ ਕਾਨੂੰਨ ਦੇ ਵਿੱਚ ਕੁਝ ਕਾਲਾ ਨਜ਼ਰ ਆਊਗਾ ਕਿ ਨਹੀਂ, ਕਿਉਂਕਿ ਹੁਣ ਤੱਕ ਤਾਂ ਬੀਜੇਪੀ ਦੇ ਨੇਤਾ ਸਾਰੇ ਇੱਕੋ ਗੱਲ ਕਹਿੰਦੇ ਰਹੇ ਆ ਕਿ ਇਹ ਤਾਂ ਕਾਨੂੰਨ ਬਹੁਤ ਸਫੇਦ ਹੈ। ਇਸ ਕਰਕੇ ਉਹਨਾਂ ਨੂੰ ਜਦੋਂ ਹੁਣ ਤੱਕ ਕਾਲਾ ਕੁਝ ਨਹੀਂ ਨਜ਼ਰ ਆਇਆ ਤੇ ਫਿਰ ਹੁਣ ਕੀ ਕਾਲਾ ਨਜ਼ਰ ਆਊਗਾ ਕੁਝ ਕਹਿ ਨਹੀਂ ਸਕਦੇ। ਤੇ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜੇ ਉਹਨਾਂ ਨੇ ਕਿਸਾਨਾਂ ਨੂੰ ਫੋਨ ਕਰਨਾ ਸੀ, ਹਾਲੇ ਤੱਕ ਕੀਤਾ ਨਹੀਂ। ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਕਿਸੇ ਕਿਸਾਨ ਆਗੂ ਦਾ ਫੋਨ ਹੀ ਦੇ ਆਉਂਦੇ ਤਾਂ ਸ਼ਾਇਦ ਉਹ ਗੱਲਬਾਤ ਹੋ ਵੀ ਜਾਂਦੀ, ਪਰ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਜਾ ਕੇ ਬੇਨਤੀ ਕੀਤੀ ਹੈ ਵੀ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਕਾਸ਼ ਇਹਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਅਮਲ ਕਰ ਲੈਣ ਤੇ ਮਸਲਾ ਸਾਰਾ ਹੱਲ ਹੋ ਜੇ ਤੇ 8.5 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਆ ਜਿਹੜੇ ਉਹ ਘਰ ਦੇ ਵਿੱਚ ਵਾਪਸ ਪਰਤ ਆਉਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੌਰਾਨ ਵਿਵਾਦਤ 3 ਖੇਤੀਬਾੜੀ ਕਾਨੂੰਨ ਵਾਪਸ ਲੈਣ ਤੇ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸ਼੍ਰੇਣੀ ਦੇ ਵਿੱਚ ਲਿਆਉਣ ਦੇ ਲਈ ਸੋਧਾਂ ਦੀ ਮੰਗ ਕੀਤੀ ਹੈ। ਮੋਦੀ ਨਾਲ ਮੁਲਾਕਾਤ ਦੌਰਾਨ ਕੈਪਟਨ ਨੇ ਕਿਹਾ ਕਿ ਕਿਸਾਨਾਂ ਦੇ ਲਗਾਤਾਰ ਅੰਦੋਲਨ ਕਾਰਨ ਇਹ ਨਾ ਸਿਰਫ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਰਿਹਾ, ਬਲਕਿ ਸਮਾਜਿਕ ਤਾਣੇ ਬਾਣੇ ਨੂੰ ਵੀ ਪ੍ਰਭਾਵਿਤ ਕਰਨ ਦੀ ਇਹ ਸਮਰੱਥਾ ਰੱਖਦਾ ਹੈ, ਖਾਸ ਕਰਕੇ ਜਦੋਂ ਰਾਜਨੀਤਿਕ ਪਾਰਟੀਆਂ ਤੇ ਸਮੂਹ ਸਖਤ ਸਥਿਤੀ ਵਿੱਚ ਹੁੰਦੇ ਨੇ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਸਾਨਾਂ ਦੇ ਵਿਰੋਧ ਦੇ ਮੁੱਦੇ ਤੇ ਦਖਲ ਦੇਣ ਦੀ ਅਪੀਲ ਕੀਤੀ ਸੀ ਤੇ ਸਮਾਜਿਕ, ਆਰਥਿਕ ਤੇ ਸੁਰੱਖਿਆ ਪ੍ਰਭਾਵ ਦਾ ਹਵਾਲਾ ਵੀ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਬਾਕੀ ਵੀ ਕਿਸਾਨੀ ਦੇ ਮਸਲੇ ਹੱਲ ਕੀਤੇ ਜਾਣ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਸੁਲਝਾਉਣ ਦੇ ਲਈ ਦਖਲ ਦੇਣ ਤੇ ਖੇਤੀਬਾੜੀ ਕਾਨੂੰਨ ਰੱਦ ਕਰਨ ਤਾਂ ਜੋ ਵਿਰੋਧੀ ਤਾਕਤਾਂ ਨੂੰ ਉਹਨਾਂ ਦੇ ਗੁੱਸੇ ਦਾ ਲਾਭ ਲੈਣ ਤੋਂ ਰੋਕਿਆ ਜਾ ਸਕੇ। ਉਹਨਾਂ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਾਜਿਕ, ਆਰਥਿਕ ਤੇ ਸੁਰੱਖਿਆ ਪ੍ਰਭਾਵਾਂ ਦਾ ਹਵਾਲਾ ਦਿੱਤਾ। ਇਹ ਵੀ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਵਿਤ ਨਿਸ਼ਾਨੇ ਰੇਲ, ਬੱਸਾਂ ਤੇ ਮੰਦਰ ਪ੍ਰਮੁੱਖ ਕਿਸਾਨ ਆਗੂ ਦੇ ਬਾਬਤ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਸੁਰੱਖਿਆ ਲੈਣ ਤੋਂ ਇਨਕਾਰ ਕੀਤੀ ਹੈ ਤੇ ਪੰਜਾਬ ਦੇ ਵਿੱਚ RSS ਦਫ਼ਤਰ ਤੇ ਸ਼ਿਵ ਸੈਨਾ ਦੇ ਪੰਜਾਬ ਦੇ ਵਿੱਚ ਜੋ ਨੇਤਾ ਨੇ ਉਹਨਾਂ ਨੂੰ ਖਤਰਾ ਪੈਦਾ ਹੋ ਸਕਦਾ, ਕਿਉਂਕਿ ਕਈ ਸਮਾਜ ਵਿਰੋਧੀ ਅਨਸਰ ਨੇ ਜਿਹੜੇ ਉਹ ਇਸ ਵਕਤ ਪੰਜਾਬ ਦੇ ਵਿੱਚ ਅਸੁਰੱਖਿਆ ਪੈਦਾ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਇਸ ਅਪੀਲ ਜਾਂ ਬੇਨਤੀ ਦੇ ਉੱਤੇ ਅਮਲ ਕਰ ਲੈਣ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਸਾਰੇ ਲੋਕਾਂ ਨੂੰ ਹਾਲੇ ਵੀ ਸੰਤੁਸ਼ਟੀ ਹੋਊਗੀ ਵੀ ਚੱਲ ਕਦੇ ਤਾਂ ਮੰਨੇ, 8.5 ਮਹੀਨਿਆਂ ਬਾਅਦ ਹੀ ਮੰਨੇ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 5 ਕਿਸਾਨ ਨੇਤਾਵਾਂ ਦੀ ਜ਼ਿੰਦਗੀ ਨੂੰ ਖਤਰਾ। ਇਹਨਾਂ 5 ਕਿਸਾਨ ਨੇਤਾਵਾਂ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਕੋਲੋਂ ਵੀ ਸਿਕਿਉਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਹਰਿਆਣੇ ਦੀ ਸਰਕਾਰ ਦੇ ਕੋਲੋਂ ਵੀ ਇਨਕਾਰ ਕਰ ਦਿੱਤਾ ਗਿਆ ਤੇ ਕੈਪਟਨ ਨੇ ਕਿਹਾ ਜੀ ਕਿ ਇਹਨਾਂ ਨੂੰ ਕੇਂਦਰ ਦੇ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ। ਹੁਣ ਉਹ 5 ਕਿਸਾਨ ਨੇਤਾ ਕਿਹੜੇ ਆ, ਇਹਦੇ ਬਾਬਤ ਉਹਨਾਂ ਨੇ ਕੋਈ ਜਾਣਕਾਰੀ ਮੀਡੀਆ ਦੇ ਵਿੱਚ ਤਾਂ ਨਹੀਂ ਦਿੱਤੀ, ਪਰ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਆਈਆਂ ਸੀ ਕਿ ਕਿਹੜੇ-ਕਿਹੜੇ ਕਿਸਾਨ ਨੇਤਾਵਾਂ ਦੀ ਜ਼ਿੰਦਗੀ ਨੂੰ ਖਤਰਾ। ਉਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਤੇ ਕੁਝ ਹੋਰ ਵੀ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਤੇ ਯੂਪੀ ਦੇ ਵਿੱਚ ਲਗਾਤਾਰ ਕਿਸਾਨ ਅੰਦੋਲਨ ਅੱਗੇ ਤੋਂ ਅੱਗੇ ਵਧ ਰਿਹਾ, ਪਰ ਲੰਘੇ ਕੱਲ੍ਹ ਮੈਨੂੰ ਨਿੱਜੀ ਤੌਰ ਦੇ ਉੱਤੇ ਦੁੱਖ ਬਹੁਤ ਹੋਇਆ ਕਿਉਂਕਿ ਹਰਜੀਤ ਗਰੇਵਾਲ ਜਿਹੜੇ ਕਿ ਪਹਿਲਾਂ ਵੀ ਪੁਆੜੇ ਨੂੰਮਾ ਗੱਲ ਹਮੇਸ਼ਾ ਕਰਦੇ ਆ, ਉਹਨਾਂ ਨੇ ਫਿਰ ਉਹੀ ਗੱਲ ਕੀਤੀ ਹੈ। ਉਹ ਇੱਕ TV ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਹਿੰਦੇ ਵੀ ਜੇਕਰ ਕਿਸਾਨ ਚੋਣ ਲੜ ਲੈਣ ਤਾਂ ਇਹਨਾਂ ਦਾ ਭੁਲੇਖਾ ਨਿਕਲ ਜੇ, 500 ਵੋਟ ਨਹੀਂ ਪੈਣੀ ਇਹਨਾਂ ਨੂੰ। ਉਹ ਕਹਿੰਦੇ ਹੁਣ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਹਿੱਸਾ ਲੈਣ ਦਾ ਮਜ਼ਾ ਆਉਣ ਲੱਗ ਪਿਆ, ਇਹ ਤਾਂ ਆਨੰਦ ਲੈਣ ਦੇ ਲਈ ਹੁਣ ਅੰਦੋਲਨ ਦੇ ਵਿੱਚ ਜਾਂਦੇ ਆ। ਉਹ ਕਹਿੰਦੇ ਜੀ ਇਹ ਕਿਸਾਨ ਗੁੰਡਾਗਰਦੀ ਦੇ ਨਾਲ ਜੁੜ ਚੁੱਕੇ ਆ, ਇਸੇ ਕਰਕੇ ਹਮਲੇ ਕਰਦੇ ਆ। ਜੇਕਰ ਕਿਸਾਨ ਅਸਲ ਅਰਥਾਂ ਦੇ ਵਿੱਚ ਚਾਹੁਣ ਕਿ ਮਸਲਾ ਹੱਲ ਕਰਨਾ ਤਾਂ ਇਹ ਜ਼ਿੱਦ ਛੱਡ ਕੇ ਚਾਹੁੰਦੇ ਹੋਣ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਗੱਲ ਦੇ ਉੱਤੇ ਫਿਕਰਮੰਦ ਆ ਵੀ ਭਾਈ ਸਾਰੇ ਮਸਲੇ ਕਿਸਾਨੀ ਦੇ ਹੱਲ ਹੋਣੇ ਚਾਹੀਦੇ ਆ ਤੇ ਨਰਿੰਦਰ ਸਿੰਘ ਤੋਮਰ ਤਾਂ ਅੱਧੀ ਰਾਤ ਨੂੰ ਵੀ ਮੀਟਿੰਗ ਕਰਨ ਦੇ ਲਈ ਰਜ਼ਾਮੰਦ ਆ। ਉਹ ਰਾਜ਼ੀ ਆ ਜਦੋਂ ਵੀ ਕਹਿਣ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਨੂੰ ਤਿਆਰ ਆ, ਪਰ ਜ਼ਿੱਦ ਛੱਡ ਦੇਣ ਕਿਸਾਨ। ਪਰ ਕਿਸਾਨ ਆਗੂ ਅੱਗੋਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਕਿਉਂ ਨਹੀਂ ਜ਼ਿੱਦ ਛੱਡ ਦਿੰਦੇ, ਤੁਸੀਂ तीनों काले कानून अच्छे हैं,
ਤੁਸੀਂ तीनों काले कानून तो बहुत अच्छे हैं, किसानों की आमदन बढ़ाने वाले हैं, इदां ਦੀਆਂ ਗੱਲਾਂ ਰੱਟੀ ਬੈਠੇ ਦੂਣੀ ਦੇ ਪਹਾੜੇ ਵਾਂਗੂ ਤੁਸੀਂ ਗੱਲਬਾਤ ਕਿਉਂ ਨਹੀਂ ਇਸ ਪਾਸੇ ਨੂੰ ਤਣ ਪੱਤਣ ਲਾਉਣ ਨੂੰ ਕੋਸ਼ਿਸ਼ ਕਰਦੇ? ਤੁਸੀਂ ਵਾਰ-ਵਾਰ ਸਾਡੇ ਉੱਤੇ ਦਬਾ ਕੇ ਜਿਹੜੀ ਗੱਲੋਂ ਪਾਉਨੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਹਰਜੀਤ ਗਰੇਵਾਲ ਦੀ ਨਜ਼ਰ ਦੇ ਵਿੱਚ ਕਿਸਾਨ ਮੌਜਾਂ ਕਰਨ ਦੇ ਲਈ ਬਾਰਡਰਾਂ ਦੇ ਉੱਤੇ ਬੈਠੇ ਆ। ਇਹ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਆ ਮਜ਼ੇ ਲੈਣ ਦੇ ਲਈ। ਇਹਨਾਂ ਨੂੰ 500 ਵੋਟ ਨਹੀਂ ਪੈਣੀ ਜੇਕਰ ਇਸ ਵਕਤ ਵੋਟਾਂ ਦੇ ਵਿੱਚ ਖੜ ਜਾਣ, 2022 ਦੀਆਂ ਚੋਣਾਂ ਦੇ ਵਿੱਚ ਖੜ ਜਾਣ। ਪਰ ਬੇਨਤੀ ਇਹ ਹੈ ਵੀ ਬੀਜੇਪੀ ਨੂੰ ਇਹਨਾਂ ਗੱਲਾਂ ਦੇ ਕਰਕੇ ਹੀ ਖਮਿਆਜ਼ਾ ਭੁਗਤਣਾ ਪੈ ਰਿਹਾ। ਬੀਜੇਪੀ ਦੇ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਹੋਏ ਆ ਇਹਨਾਂ ਬਿਆਨਾਂ ਦੇ ਕਰਕੇ ਪੈਦਾ ਹੋਏ ਆ। ਤੇ ਮੈਨੂੰ ਅਨਿਲ ਜੋਸ਼ੀ ਦਾ ਇੱਕ ਪੁਰਾਣਾ ਬਿਆਨ ਚੇਤੇ ਆਉਂਦਾ। ਹੁਣ ਤਾਂ ਬੇਸ਼ੱਕ ਉਹਨਾਂ ਨੂੰ 6 ਸਾਲ ਦੇ ਲਈ ਪਾਰਟੀ ਚੋਂ ਕੱਢਿਆ ਜਾ ਚੁੱਕਿਆ। ਉਹਨਾਂ ਨੇ ਇੱਕ ਵਾਰੀ ਕਿਹਾ ਸੀ ਟੀਵੀ ਚੈਨਲ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਕੇ ਵੀ ਕਿਹਾ ਸੀ ਵੀ ਜਿਹੜੇ ਵੀ ਇਸ ਵਕਤ ਪੰਜਾਬ ਦੇ ਵਿੱਚ ਬੀਜੇਪੀ ਦੇ ਨੇਤਾ ਵਿਰੋਧ ਦਾ ਸ਼ਿਕਾਰ ਹੋ ਰਹੇ ਆ ਉਹਦੇ ਪਿੱਛੇ ਹਰਜੀਤ ਗਰੇਵਾਲ ਜ਼ਿੰਮੇਵਾਰ ਆ। ਆਪ ਤਾਂ ਇਹ ਗੱਲ ਕਹਿ ਕੇ ਸਿਕਿਉਰਿਟੀ ਦੇ ਵਿੱਚ ਨਿਕਲ ਜਾਂਦੇ ਆ ਤੇ ਭੰਨੇ ਜਾਂਦੇ ਸਾਡੇ ਪਾਰਟੀ ਦੇ ਬਾਕੀ ਆਗੂ। ਇਸ ਕਰਕੇ 85% ਵਿਰੋਧ ਦਾ ਕਾਰਨ ਹਰਜੀਤ ਗਰੇਵਾਲ ਦੇ ਬਿਆਨ ਆ ਤੇ ਉਹਨਾਂ ਨੇ ਇੱਕ ਵਾਰ ਫਿਰ ਇਹ ਭਸੂੜੀਨੂੰਮਾ ਬਿਆਨ ਦਿੱਤਾ ਜਿਹਦੇ ਉੱਤੇ ਕਿਸਾਨਾਂ ਨੂੰ ਸਖਤ ਇਤਰਾਜ਼ ਹੋਇਆ। ਲੰਘੇ ਕੱਲ ਮੌਨਸੂਨ ਸੈਸ਼ਨ ਆ ਜਿਹੜਾ ਉਹ ਖਤਮ ਹੋ ਗਿਆ। ਇਹ ਜਿਹੜਾ ਮੌਨਸੂਨ ਸੈਸ਼ਨ ਆ ਇਹਦੇ ਦੋਹਾਂ ਸਦਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿੰਨਾ ਕੁ ਕੰਮ ਹੋਇਆ ਤੇ ਕਿਉਂ ਨਹੀਂ ਕੰਮ ਹੋਇਆ ਇਹਦੇ ਬਾਬਤ ਹੁਣ ਤੱਕ ਸਾਰੇ ਸਰੋਤੇ ਸਾਰੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਹੀ ਆ। ਕਿਉਂਕਿ 22% ਕੰਮ ਹੋਇਆ, 22% ਹੀ ਕੰਮ ਹੋਇਆ। ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਗੱਲ ਕਹੀ ਹੈਗੀ ਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹੋਰਾਂ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਐਤਕੀ ਬਹੁਤ ਵੱਡੇ ਪੱਧਰ ਦੇ ਉੱਤੇ ਵਿਘਨ ਪੈਂਦਾ ਰਿਹਾ। ਜਿਸ ਤਰੀਕੇ ਦੇ ਨਾਲ ਹਰ ਕੰਮ ਦੇ ਵਿੱਚ ਵਿਘਨ ਪਿਆ ਉਹਦੇ ਤੁਸੀਂ ਸੰਤੁਸ਼ਟ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਐਤਕੀ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਦੇ ਵੱਲੋਂ ਕੰਮਕਾਜ ਦੇ ਵਿੱਚ ਰੁਕਾਵਟ ਪਾਈ ਗਈ ਇਹ ਚਿੰਤਾਜਨਕ ਹੈ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਦਨ ਦੇ ਵਿੱਚ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਕੰਮਕਾਜ ਨਹੀਂ ਹੋਏ। ਸੋ ਕਹਿਣ ਦਾ ਭਾਵ ਹੈ ਕਿ ਅਣਮਿੱਥੇ ਸਮੇਂ ਦੇ ਲਈ ਲੋਕ ਸਭਾ ਤੇ ਰਾਜ ਸਭਾ ਮੁਲਤਵੀ ਕਰ ਦਿੱਤੀ ਗਈ ਹੈ। ਤੇ ਵੈਸੇ ਜਦੋਂ ਇਹ ਚੱਲਦੀ ਵੀ ਸੀ ਤੇ ਨਾ ਚੱਲਦਿਆਂ ਵਰਗੀ ਸੀ ਕਿਉਂਕਿ ਐਤਕੀ ਮਹੱਤਵਪੂਰਨ ਬਿੱਲਾਂ ਦੇ ਉੱਤੇ ਚਰਚਾ ਬਿਲਕੁਲ ਨਹੀਂ ਹੋਈ। ਜਿੰਨੇ ਕੁ ਬਿੱਲ ਪਾਸ ਕਰਨੇ ਸੀ ਉਹ ਆਪ ਮੁਹਾਰੀ ਕਰ ਲਏ ਗਏ ਆ। ਪਰ ਐਤਕੀ ਇਹ ਗੱਲ ਵੱਖਰੀ ਦੇਖਣ ਨੂੰ ਮਿਲੀ ਸੀਗੀ ਇਸ ਪੂਰੇ ਸੈਸ਼ਨ ਦੇ ਵਿੱਚ ਜਿਹੜੀ ਕਿ ਇਸ ਤੋਂ ਪਹਿਲਾਂ ਕਦੇ ਨਜ਼ਰ ਨਹੀਂ ਆਈ। ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਇਸ ਤੋਂ ਪਹਿਲਾਂ ਜਦੋਂ ਵੀ ਕੋਈ ਗਰਮ ਰੁੱਤ ਦਾ ਸੈਸ਼ਨ ਹੋਵੇ, ਸਰਦ ਰੁੱਤ ਦਾ ਹੋਵੇ, ਮੌਨਸੂਨ ਦਾ ਹੋਵੇ ਕਿ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਆ ਉਹ ਨਾਅਰੇਬਾਜ਼ੀ ਕਰਦੇ ਵਾਕਆਊਟ ਕਰ ਜਾਂਦੇ ਸੀ ਤੇ ਸੱਤਾਧਾਰੀ ਧਿਰ ਜਿਹੜੀ ਬੀਜੇਪੀ ਉਹਦੇ ਵੱਲੋਂ ਮਨਚਾਹੇ ਬਿੱਲ ਪਾਸ ਕਰ ਲਏ ਜਾਂਦੇ ਸੀ। ਉਤੋਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਗੌੜੇ ਹੋ ਗਏ, ਇਹਨਾਂ ਦੇ ਕੋਲੇ ਵਿਸ਼ਾ ਕੋਈ ਨਹੀਂ ਇਸ ਕਰਕੇ ਭੱਜ ਗਏ। ਪਰ ਐਤਕੀ ਇਹ ਕੁਝ ਨਹੀਂ ਹੋਇਆ ਕਿਉਂਕਿ ਕਿਸਾਨਾਂ ਨੇ ਇਹ ਗੱਲ ਕਹੀ ਸੀ ਵੀ ਜੇਕਰ ਐਤਕੀ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਨਾ ਬੋਲੇ ਪਾਰਲੀਮੈਂਟ ਦੇ ਵਿੱਚ, ਜੇਕਰ ਵਿਰੋਧੀ ਪਾਰਟੀਆਂ ਦੇ ਆਗੂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਨਾ ਬੋਲੇ, ਕਿਸਾਨੀ ਦੇ ਹੱਕ ਦੇ ਵਿੱਚ ਨਾ ਬੋਲੇ ਤਾਂ ਫਿਰ ਅਸੀਂ ਇਹਨਾਂ ਦਾ ਵੀ ਉਵੇਂ ਵਿਰੋਧ ਕਰਾਂਗੇ ਜਿਵੇਂ ਕਿ ਬੀਜੇਪੀ ਦਾ ਵੱਖ-ਵੱਖ ਸੂਬਿਆਂ ਦੇ ਵਿੱਚ ਕਰ ਰਹੇ ਹਾਂ। ਬੀਜੇਪੀ ਦੇ ਆਗੂਆਂ ਨੂੰ ਘਰਾਂ ਦੇ ਵਿੱਚੋਂ ਜਿਵੇਂ ਨਹੀਂ ਨਿਕਲਣ ਦਿੰਦੇ ਉਵੇਂ ਅਸੀਂ ਬਾਕੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਨਹੀਂ ਨਿਕਲਣ ਦੇਣੇ। ਉਸ ਤੋਂ ਅਗਲੀ ਗੱਲ ਇਹ ਹੈ ਵੀ ਲੰਘੇ ਕੱਲ ਅਨੁਰਾਗ ਠਾਕੁਰ ਹੋਰਾਂ ਨੇ ਇੱਕ ਮਹੱਤਵਪੂਰਨ ਗੱਲ ਕਹੀ ਆ। ਅਵੱਲੀ ਗੱਲ, ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਦੇ ਵਿੱਚ ਮੇਜ਼ ਦੇ ਉੱਤੇ ਚੜ੍ਹ ਗਏ। ਉਹਨਾਂ ਨੇ ਰੂਲ ਬੁੱਕ ਆ ਜਿਹੜੀ ਉਹ ਸੁੱਟੀ ਆ ਕੁਰਸੀ ਦੇ ਵੱਲ। ਇਹਦੇ ਬਾਬਤ ਅਸੀਂ ਖਬਰ ਕੱਲ੍ਹ ਵੀ ਸਾਂਝੀ ਕੀਤੀ ਸੀ ਪਰ ਉਹਨਾਂ ਨੇ ਗੱਲ ਕਹੀ ਹੈ ਵੀ ਇਹ ਵਰਤਾਰਾ ਮੈਨੂੰ ਬਿਲਕੁਲ ਇਉਂ ਲੱਗਿਆ ਜਿਵੇਂ ਕਿ 26 ਜਨਵਰੀ ਦੀ ਹਿੰਸਾ ਵਰਗਾ ਹੋਵੇ। ਉਹ ਕਹਿੰਦੇ ਵੀ ਜਿਵੇਂ 26 ਜਨਵਰੀ ਦੇ ਮੌਕੇ ਕਿਸਾਨਾਂ ਵੱਲੋਂ ਜੋ ਕੁਝ ਕੀਤਾ ਗਿਆ ਸੀਗਾ ਦਿੱਲੀ ਦੇ ਵਿੱਚ ਲਾਲ ਕਿਲ੍ਹੇ ਦੇ ਵੱਲ, ਬਿਲਕੁਲ ਇਹ ਉਸੇ ਤਰਜ਼ ਦੇ ਉੱਤੇ ਮੈਨੂੰ ਗੱਲ ਜਾਪੀ ਹੈ। ਇਹ ਅਨੁਰਾਗ ਠਾਕਰ ਇਸ ਵੇਲੇ ਕੇਂਦਰੀ ਮੰਤਰੀ ਨੇ। ਇਹ ਉਹੀ ਜਨਾਬ ਨੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को। ਸੋ ਅੱਜ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਇਸ ਗੱਲ ਦੇ ਨਾਲ ਬਿਲਕੁਲ ਇਤਫਾਕ ਨਹੀਂ ਰੱਖਦਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਤੇ ਬਾਕੀ ਜਿਹੜੇ ਸੰਸਦ ਮੈਂਬਰ ਆ ਇਹਨਾਂ ਨੇ ਜੋ ਕੁਝ ਕੀਤਾ ਉਹਨੂੰ ਠੀਕ ਕਰਾਰ ਦਿੱਤਾ ਜਾਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸੰਸਦ ਦੇ ਮੌਨਸੂਨ ਸੈਸ਼ਨ ਦੇ ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੱਤੀ ਗਈ ਹੈ। ਪੈਗਾਸਸ ਜਸੂਸੀ ਮਾਮਲਾ, 3 ਕੇਂਦਰੀ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਸਮੇਤ ਹੋਰ ਮੁੱਦਿਆਂ ਦੇ ਉੱਤੇ ਵਿਰੋਧੀ ਧਿਰ ਦੇ ਰੌਲੇ ਰੱਪੇ ਕਾਰਨ ਪੂਰੇ ਸੈਸ਼ਨ ਦੇ ਵਿੱਚ ਸਦਨ ਦੇ ਵਿੱਚ ਕੰਮਕਾਜ ਰੁਕਾਵਟ ਭਰਿਆ ਰਿਹਾ ਤੇ ਸਿਰਫ 22% ਹੀ ਕੰਮਕਾਜ ਹੋ ਸਕਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਦੱਸਿਆ ਕਿ 17ਵੀਂ ਲੋਕ ਸਭਾ ਦੀ 6ਵੀਂ ਬੈਠਕ 19 ਜੁਲਾਈ ਤੋਂ ਸ਼ੁਰੂ ਹੋਈ ਤੇ ਇਸ ਦੌਰਾਨ 17 ਬੈਠਕਾਂ ਦੇ ਵਿੱਚ 21 ਘੰਟੇ 14 ਮਿੰਟ ਕੰਮਕਾਜ ਹੋਇਆ। ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਕੰਮਕਾਜ ਉਮੀਦ ਮੁਤਾਬਕ ਨਹੀਂ ਰਿਹਾ। ਉਹਨਾਂ ਨੇ ਕਿਹਾ ਕਿ ਰੁਕਾਵਟ ਕਰਕੇ 96 ਘੰਟਿਆਂ ਦੇ ਵਿੱਚੋਂ 74 ਘੰਟੇ ਕੰਮਕਾਜ ਨਹੀਂ ਹੋਇਆ ਤੇ ਲੋਕ ਸਭਾ ਸਪੀਕਰ ਨੇ ਕਿਹਾ ਕਿ ਲਗਾਤਾਰ ਰੁਕਾਵਟ ਪੈਣ ਦੇ ਕਰਕੇ ਸਿਰਫ 22% ਕੰਮਕਾਜ ਹੋਇਆ। ਉਹਨਾਂ ਨੇ ਕਿਹਾ ਕਿ ਮੌਨਸੂਨ ਸੈਸ਼ਨ ਦੌਰਾਨ 66 ਸਵਾਲਾਂ ਦੇ ਜ਼ੁਬਾਨੀ ਉੱਤਰ ਦਿੱਤੇ ਗਏ ਤੇ ਮੈਂਬਰਾਂ ਨੇ ਨਿਯਮ 377 ਤਹਿਤ 331 ਮਾਮਲੇ ਚੁੱਕੇ। ਇਸ ਦੌਰਾਨ ਵੱਖ-ਵੱਖ ਸਥਾਈ ਕਮੇਟੀਆਂ ਨੇ 60 ਰਿਪੋਰਟਾਂ ਪੇਸ਼ ਕੀਤੀਆਂ, 22 ਮੰਤਰੀਆਂ ਨੇ ਬਿਆਨ ਦਿੱਤੇ
ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੱਤਰ ਮੇਜ਼ ਦੇ ਉੱਤੇ ਰੱਖੇ ਗਏ। ਲੋਕ ਸਭਾ ਸਪੀਕਰ ਦੇ ਬਿਆਨ ਤੋਂ ਬਾਅਦ ਵੰਦੇ ਮਾਤਰਮ ਦੀ ਧੁਨ ਵਜਾਈ ਗਈ ਤੇ ਸਦਨ ਦੀ ਬੈਠਕ ਨੂੰ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੱਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਿਛਲੇ ਕਈ ਦਿਨਾਂ ਦੇ ਵਿੱਚ ਚੱਲੀ ਹੈ, ਉਹ ਕਿਉਂ ਚੱਲੀ ਹੈ ਇਸ ਰੂਪ ਦੇ ਵਿੱਚ, ਪਹਿਲਾਂ ਤਾਂ ਇਹਦੇ ਉੱਤੇ ਸਵਾਲ ਕਰਨਾ ਬਣਦਾ। ਮੈਂ ਹੈਰਾਨ ਇਸ ਗੱਲ ਦੇ ਉੱਤੇ ਹੋਇਆ ਕਿ ਇੱਕ ਦਿਨ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਾਂ ਗ੍ਰਹਿ ਮੰਤਰੀ ਸਾਹਿਬ ਨੇ ਜਾਂ ਕਿਸੇ ਵੀ ਹੋਰ ਨੇ ਇਹ ਗੱਲ ਨਹੀਂ ਕਹੀ ਵੀ ਆਓ ਆਪਾਂ ਪੂਰਾ ਦਿਨ ਖੇਤੀ ਕਾਨੂੰਨਾਂ ਦੇ ਉੱਤੇ ਚਰਚਾ ਕਰਦੇ, ਬਹਿਸ ਕਰਦੇ ਹਾਂ। ਤੁਸੀਂ ਸਾਨੂੰ ਕਾਲਾ ਦੱਸੋ, ਅਸੀਂ ਕਾਨੂੰਨਾਂ ਵਿੱਚ ਚਿੱਟਾ ਕੀ ਆ ਇਹ ਦੱਸਾਂਗੇ। ਇਹਨਾਂ ਨੇ ਇਹ ਗੱਲ ਕਹੀ ਵੀ ਭਾਈ ਵਿਰੋਧੀ ਧਿਰਾਂ ਦੇ ਜਿਹੜੇ ਨੇਤਾ ਨੇ, ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਨੇ, ਉਹ ਖੇਤੀ ਕਾਨੂੰਨ ਦੇ ਮੁੱਦੇ ਦੇ ਉੱਤੇ ਤਰਕ ਨਾਲ ਗੱਲ ਹੀ ਨਹੀਂ ਕਰਦੇ। ਪਰ ਇੱਕ ਵੀ ਦਿਨ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਅੱਜ ਦਾ ਦਿਨ, ਕੱਲ੍ਹ ਦਾ ਦਿਨ, ਪਰਸੋਂ ਦਾ ਦਿਨ, ਚੌਥ ਦਾ ਦਿਨ ਹੈ ਜਿਹੜਾ ਉਹ ਅਸੀਂ ਖੇਤੀ ਕਾਨੂੰਨ ਦੇ ਮੁੱਦੇ ਦੇ ਉੱਤੇ ਚਰਚਾ ਵਾਸਤੇ ਰੱਖਦੇ ਹਾਂ, ਪੈਗਾਸਸ ਦੇ ਮਾਮਲੇ ਦੇ ਉੱਤੇ ਰੱਖਦੇ ਹਾਂ। ਇਹ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਕਿਉਂ ਵੱਧ ਰਹੀਆਂ, ਇਸ ਮੁੱਦੇ ਦੇ ਉੱਤੇ ਚਰਚਾ ਕਰਦੇ ਹਾਂ। ਕੇਂਦਰ ਦੀ ਸਰਕਾਰ ਨੇ ਢੁਕਵਾਂ ਸਮਾਂ ਨਹੀਂ ਦਿੱਤਾ, ਵਿਰੋਧੀ ਪਾਰਟੀਆਂ ਨੇ ਛੋਟਾ ਜਿਹਾ ਬੌਣਾ ਸਮਾਂ ਲੈਣ ਤੋਂ ਇਨਕਾਰ ਕਰ ਦਿੱਤਾ। ਇਹਦੇ ਕਰਕੇ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਵਾਰ-ਵਾਰ ਰੁਕਦੀ ਰਹੀ ਹੈ। ਸਾਨੂੰ ਇਸ ਗੱਲ ਦੇ ਉੱਤੇ ਦੁੱਖ ਹੋਇਆ ਕਿ ਕਾਰਵਾਈ ਨਹੀਂ ਚੱਲਦੀ, ਕਿਉਂਕਿ ਇਹ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ 1-1 ਰੁਪਈਏ ਦੇ ਨਾਲ ਜੁੜ ਕੇ ਕਰੋੜਾਂ ਰੁਪਈਏ ਦੇ ਵਿੱਚ ਸੈਸ਼ਨ ਇਹ ਮੌਨਸੂਨ ਦਾ ਪਿਆ। ਇਹਦਾ ਬੋਝ ਭਾਰਤ ਦੇ ਲੋਕਾਂ ਦੇ ਉੱਤੇ ਆ, ਪਰ ਭਾਰਤ ਦੇ ਲੋਕਾਂ ਦੇ ਹੀ ਮੁੱਦੇ ਆ, ਭਾਰਤ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੀ ਮੁੱਦੇ ਆ ਜਿਹਦੇ ਉੱਤੇ ਕਾਰਵਾਈ ਨਹੀਂ ਹੋਈ, ਜਿਹਦੇ ਉੱਤੇ ਗੱਲਬਾਤ ਨਹੀਂ ਛਿੜੀ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ। ਮੈਂ ਤਾਂ ਇਹ ਵੀ ਗੱਲ ਕਹਿਣਾ ਵੀ ਓਨੀ ਸਫਲਤਾ ਇਹ ਜਿਹੜੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨਹੀਂ ਰਹੀ ਜਿੰਨੀ ਸਫਲ ਕਿਸਾਨ ਸੰਸਦ ਜੰਤਰ ਮੰਤਰ ਦੇ ਵਿੱਚ ਰਹੀ ਹੈ। ਕਮ ਸੇ ਕਮ ਉੱਥੇ ਮੁੱਦਿਆਂ ਦੀ ਚਰਚਾ ਤਾਂ ਹੋਈ ਹੈ, ਅੰਦਰ ਨਹੀਂ ਹੁੰਦੀ ਜਿਨ੍ਹਾਂ ਨੂੰ ਵੋਟਾਂ ਪਾਈਆਂ ਇਹ ਇੱਕ ਵੱਖਰੀ ਗੱਲ ਹੈ। ਇਹ ਚਰਚਾ ਹੋਣੀ ਤਾਂ ਉੱਥੇ ਚਾਹੀਦੀ ਸੀ ਜਿਹੜੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਤੋਮਰ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਇੱਕ ਦਿਨ ਕਿ ਜੀ ਅਸਲ ਸੰਸਦ ਤਾਂ ਇਹ ਸਾਡੇ ਵਾਲੀ ਆ। ਸੰਸਦ ਉਹ ਹੁੰਦੀ ਹੈ ਜਿਹੜੀ ਕਿ ਜਨਤਾ ਦੇ ਵੱਲੋਂ ਚੁਣ ਕੇ ਤਿਆਰ ਕੀਤੀ ਜਾਂਦੀ ਹੈ, ਸੰਸਦ ਮੈਂਬਰ ਇੱਥੇ ਭੇਜੇ ਜਾਂਦੇ ਆ। ਪਰ ਬਾਹਰ ਉਹੀ ਕਿਸਾਨ ਤੇ ਮਜ਼ਦੂਰ ਸੀ 200 ਜਿਹੜੇ ਕਿ ਇਹਨਾਂ ਨੂੰ ਚੁਣ ਕੇ ਭੇਜਣ ਵਾਲੇ ਆ, ਉਹਨਾਂ ਨੇ ਵੀ ਸ਼ਾਇਦ ਇਹਨਾਂ ਨੂੰ ਵੋਟ ਪਾਈ ਹੋਵੇ, ਅੱਜ ਉਹਨਾਂ ਦਾ ਚੇਤਾ ਨਹੀਂ ਆਇਆ। ਸੋ ਪਾਰਲੀਮੈਂਟ ਦਾ ਇਹ ਸੈਸ਼ਨ ਅਜਾਈ ਗਿਆ, ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ। ਇਹਦੇ ਵਿੱਚ ਚਰਚਾ ਮਹੱਤਵਪੂਰਨ ਹੋ ਸਕਦੀ ਸੀ ਜੇਕਰ ਕੇਂਦਰ ਦੀ ਸਰਕਾਰ ਮਨ ਦੀ ਫਿਰਾਕਦਲੀ ਨਾਲ ਗੱਲਬਾਤ ਕਰਨ ਵਾਸਤੇ ਰਜ਼ਾਮੰਦ ਹੁੰਦੀ, ਪਰ ਉਹਨਾਂ ਨੇ ਵੀ ਨਹੀਂ ਮੰਨੀ ਤੇ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਉਹ ਇਸ ਕਰਕੇ ਲਗਾਤਾਰ ਵਿਰੋਧ ਕਰਦੇ ਰਹੇ ਕਿਉਂਕਿ ਕਿਸਾਨਾਂ ਦਾ ਦਬਾਅ ਵੀ ਸੀ ਉਹਨਾਂ ਦੇ ਉੱਤੇ ਤੇ ਉਹਨਾਂ ਨੂੰ ਇਹ ਭੂਮਿਕਾ ਨਿਭਾਉਣੀ ਵੀ ਚਾਹੀਦੀ ਸੀ ਵਿਰੋਧ ਦੇ ਰੂਪ ਦੇ ਵਿੱਚ। ਤੇ ਭਗਵੰਤ ਮਾਨ ਨੇ 10 ਤੋਂ ਵੱਧ ਵਾਰ ਕੰਮ ਰੋਕੂ ਮਤਾ ਪੇਸ਼ ਕੀਤਾ। ਬੀਬੀ ਹਰਸਿਮਰਤ ਕੌਰ ਬਾਦਲ ਤੇ ਸਮੁੱਚੇ ਅਕਾਲੀ ਦਲ ਨੇ ਵੱਖ-ਵੱਖ ਨਾਅਰਿਆਂ ਵਾਲੀਆਂ ਤਖਤੀਆਂ ਫੜ ਕੇ ਤੇ ਕੇਂਦਰ ਦੀ ਸਰਕਾਰ ਦੇ ਮੂਹਰੇ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਆਗੂ ਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਜਿਹੜੇ ਉਹ ਵੀ ਲਗਾਤਾਰ ਵਿਰੋਧ ਕਰਦੇ ਰਹੇ ਆ। ਪਰ ਦੇਖੋ ਵਕਤ ਦੱਸੂਗਾ ਵੀ ਇਹ ਖੇਤੀ ਕਾਨੂੰਨ ਦੇ ਮਾਮਲੇ ਦੇ ਉੱਤੇ ਕੀ ਫੈਸਲਾ ਲਿਆ ਜਾਂਦਾ। ਉੱਦਾਂ ਇਹ ਪ੍ਰਤੀਤ ਹੁੰਦਾ ਅੰਦਾਜ਼ੇਨੁਮਾ ਗੱਲ ਆ ਬਈ ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਸ਼ਾਇਦ ਬੀਜੇਪੀ ਦੇ ਉੱਤੇ ਦਬਾਅ ਇਹੋ ਜਿਹਾ ਬਣੇ ਕਿ ਉਹ ਖੇਤੀ ਕਾਨੂੰਨ ਦੇ ਮੁਤਲਕ ਕੋਈ ਢੁਕਵਾਂ ਫੈਸਲਾ ਕਰੇ। ਪੰਜਾਬ ਦੇ ਵਿੱਚ ਚੋਣਾਂ ਕਿਉਂਕਿ ਸਿਰ ਦੇ ਉੱਤੇ ਆ, ਲਗਭਗ 6 ਮਹੀਨੇ ਬਾਕੀ ਆ, ਇਹਦੇ ਕਰਕੇ ਰਾਜਨੀਤੀ ਵੀ ਸਿਖਰ ਦੇ ਉੱਤੇ ਹੈ ਤੇ ਬੇਅਦਬੀ ਕਾਂਡ ਤੇ ਗੋਲੀ ਕਾਂਡ ਦੇ ਮਾਮਲੇ ਦੇ ਉੱਤੇ ਵੀ ਚਰਚਾ ਲਗਾਤਾਰ ਵੱਧ ਰਹੀ ਆ। ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮੁਤਵਾਜ਼ੀ ਜਥੇਦਾਰ ਨੇ ਜਿਹੜੇ ਧਿਆਨ ਸਿੰਘ ਮੰਡ, ਜਿਨ੍ਹਾਂ ਦੇ ਉੱਤੇ ਬਰਗਾੜੀ ਮੋਰਚਾ ਖਤਮ ਕਰਨ ਦੇ ਕਈ ਕਿਸਮ ਦੇ ਦੋਸ਼ ਲੱਗੇ ਸੀ, ਉਹਨਾਂ ਦੇ ਵੱਲੋਂ ਹੁਣ ਕਾਂਗਰਸ ਦੇ 5 ਨੇਤਾਵਾਂ ਜਿਹਦੇ ਵਿੱਚ 2 ਕੈਬਨਿਟ ਮੰਤਰੀ ਆ, 3 ਕਾਂਗਰਸੀ ਵਿਧਾਇਕ ਆ, ਇਹਨਾਂ ਦੇ ਬਾਬਤ ਹੁਕਮਨਾਮਾ ਸੁਣਾਇਆ ਜਾਣਾ 20 ਤਰੀਕ ਨੂੰ, ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਸਰਬੱਤ ਖਾਲਸਾ ਵਾਲੇ ਜਥੇਦਾਰ। ਇਹਨਾਂ ਦੇ ਵੱਲੋਂ ਕਈ ਵਾਰ ਤਲਬ ਕਰਨ ਦੀ ਗੱਲ ਕੀਤੀ ਗਈ ਸੀ ਵੱਖ-ਵੱਖ ਨੇਤਾਵਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ, ਪਰ ਉਸ ਵਕਤ ਕੋਈ ਵੀ ਹਾਜ਼ਰ ਨਹੀਂ ਹੋਇਆ। ਇੱਕ ਦਿਨ ਅਸੀਂ ਪਹਿਲਾਂ ਵੀ ਗੱਲ ਕਹੀ ਸੀ ਇਸ ਪ੍ਰੋਗਰਾਮ ਦੇ ਵਿੱਚ ਵੀ ਧਿਆਨ ਸਿੰਘ ਮੰਡ ਹੋਰਾਂ ਦੇ ਕਹਿਣ ਦੇ ਉੱਤੇ ਸ਼ਾਇਦ ਹੀ ਕੋਈ ਨੇਤਾ ਜਾਵੇ, ਤੇ ਹੋਇਆ ਵੀ ਬਿਲਕੁਲ ਉਵੇਂ ਹੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਬੇਅਦਬੀ ਮਾਮਲੇ ਵਿੱਚ ਵਾਅਦਾ ਕਰਕੇ ਪੂਰਾ ਨਾ ਕਰਨ ਦੇ ਦੋਸ਼ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਦੇ 2 ਮੰਤਰੀਆਂ ਤੇ 3 ਵਿਧਾਇਕਾਂ ਦੇ ਖਿਲਾਫ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ 20 ਅਗਸਤ ਨੂੰ ਹੁਕਮਨਾਮਾ ਜਾਰੀ ਕੀਤਾ ਜਾਵੇਗਾ। ਪਹਿਲਾਂ ਇਹ ਮਾਮਲਾ 17 ਅਗਸਤ ਨੂੰ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਵਿੱਚ ਵਿਚਾਰਿਆ ਜਾਵੇਗਾ, ਜਿੱਥੇ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਜਾਵੇਗੀ। ਇਹ ਖੁਲਾਸਾ ਧਿਆਨ ਸਿੰਘ ਮੰਡ ਨੇ ਖੁਦ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 11 ਅਗਸਤ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਇਹਨਾਂ ਕਾਂਗਰਸੀ ਨੇਤਾਵਾਂ ਨੂੰ ਦੂਜਾ ਮੌਕਾ ਦਿੱਤਾ ਗਿਆ ਸੀ, ਪਰ ਇਹ ਹਾਜ਼ਰ ਨਹੀਂ ਹੋਏ ਤੇ ਨਾ ਕੋਈ ਸਪਸ਼ਟੀਕਰਨ ਦਿੱਤਾ। 2 ਅਗਸਤ ਨੂੰ ਅਕਾਲ ਤਖਤ ਸਾਹਿਬ ਦੇ ਵਿਖੇ ਤਲਬ ਕੀਤਾ ਗਿਆ ਸੀ, ਇਹ ਫੇਰ ਨਹੀਂ ਆਏ। ਮੁਤਵਾਜ਼ੀ ਜਥੇਦਾਰ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, 3 ਵਿਧਾਇਕਾਂ ਹਰਬਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜੀਰਾ ਤੇ ਕੁਸ਼ਲਦੀਪ ਸਿੰਘ ਦੇ ਉੱਤੇ ਦੋਸ਼ ਲਾਇਆ ਗਿਆ ਕਿ ਉਹਨਾਂ ਨੇ ਬਰਗਾੜੀ ਵਿਖੇ ਲਾਏ ਇਨਸਾਫ ਮੋਰਚੇ ਦੇ ਵਿੱਚ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਦੇ ਸੰਬੰਧ ਵਿੱਚ
ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਪਿਛਲੇ ਦਿਨੀ ਇਹਨਾਂ ਕਾਂਗਰਸੀ ਆਗੂਆਂ ਦੇ ਵੱਲੋਂ ਧਿਆਨ ਸਿੰਘ ਮੰਡ ਹੋਰਾਂ ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੋ ਅਸੀਂ ਉਸ ਵਕਤ ਸੁਨੇਹਾ ਲੈ ਕੇ ਆਏ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਲੈ ਕੇ ਆਏ ਸੀ, ਇਸ ਕਰਕੇ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਤੇ ਤਲਕ ਨਹੀਂ। ਪਰ ਧਿਆਨ ਸਿੰਘ ਮੰਡ ਹੋਰੀ ਇਹ ਗੱਲ ਕਹਿੰਦੇ ਆ ਕਿ ਜਦੋਂ ਬਰਗਾੜੀ ਵਾਲਾ ਮੋਰਚਾ ਸਿਖਰ ਦੇ ਉੱਤੇ ਸੀ, ਪੰਜਾਬ ਸਰਕਾਰ ਦੇ ਕਾਂਗਰਸ ਦੇ ਇਹ 5 ਨੁਮਾਇੰਦੇ ਆਏ ਜਿਨ੍ਹਾਂ ਨੇ ਇਹ ਗੱਲ ਕਹੀ ਜੀ ਕਿ ਸਰਕਾਰ ਤੁਹਾਡੀਆਂ ਸਾਰੀਆਂ ਮੰਗਾਂ ਮੰਨਦੀ ਹੈ। ਉਸ ਤੋਂ ਬਾਅਦ ਬਰਗਾੜੀ ਮੋਰਚਾ ਸਮਾਪਤ ਕਰ ਦਿੱਤਾ ਗਿਆ, ਪਰ ਹਾਲੇ ਤੱਕ ਮੰਗ ਕੋਈ ਮੰਨੀ ਨਹੀਂ। ਸੋ ਗੱਲ ਕਹਿਣ ਦਾ ਭਾਵ ਇਹ ਹੈ ਜੀ ਕਿ ਇਹਨਾਂ ਨੂੰ ਇਸ ਕਰਕੇ ਉਹ ਕਸੂਰਵਾਰ ਮੰਨਦੇ ਆ ਵੀ ਤੁਸੀਂ ਇਸ ਮਾਮਲੇ ਦੇ ਵਿੱਚ ਵਾਅਦਾ ਖਿਲਾਫੀ ਕੀਤੀ ਹੈ। ਪਰ ਧਿਆਨ ਸਿੰਘ ਮੰਡ ਦੇ ਉੱਤੇ ਵੀ ਬਹੁਤ ਸਾਰੇ ਦੋਸ਼ ਲੱਗੇ ਸੀ। ਉਦੋਂ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਦੋਸ਼ ਲਾਏ ਸੀ ਵੀ ਇਹ ਮੋਰਚਾ ਜਿਸ ਤਰੀਕੇ ਦੇ ਨਾਲ ਅਚਾਨਕ ਸਮਾਪਤ ਕਰ ਦਿੱਤਾ ਗਿਆ, ਸਿਖਰ ਦੇ ਉੱਤੇ ਪਹੁੰਚਿਆ ਸੀ ਮੋਰਚਾ, ਇਹਦੇ ਵਿੱਚ ਗੜਬੜੀ ਹੋਈ ਆ, ਇਹਦੇ ਵਿੱਚ ਵਿੱਤੀ ਗੜਬੜੀਆਂ ਵੀ ਹੋਈਆਂ, ਇਹਦੇ ਵਿੱਚ ਸਰਕਾਰ ਦੇ ਨਾਲ ਮਿਲੀ ਭੁਗਤ ਵੀ ਹੈ। ਉਦੋਂ ਇਹੋ ਜਿਹਾ ਮਾਹੌਲ ਪੈਦਾ ਹੋਇਆ ਵੀ ਕੌਣ ਸੱਚਾ ਤੇ ਕੌਣ ਝੂਠਾ ਇਹਦੇ ਉੱਤੇ ਯਕੀਨ ਕਰਨ ਨੂੰ ਬੰਦੇ ਦਾ ਚਿੱਤ ਨਹੀਂ ਸੀ ਕਰਦਾ। ਪਰ ਹਰ ਕੋਈ ਦੁਖੀ ਜ਼ਰੂਰ ਹੋਇਆ ਕਿ ਹਰ ਕਿਸੇ ਨੇ ਇਨਸਾਫ ਦੇ ਲਈ ਇਸ ਮੋਰਚੇ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਪਾਇਆ। ਪੂਰੇ ਪੰਜਾਬ ਦੇ ਵਿੱਚੋਂ, ਪੂਰੀ ਦੁਨੀਆ ਦੇ ਵਿੱਚੋਂ ਲੋਕਾਂ ਦੀ ਹਮਦਰਦੀ ਬਰਗਾੜੀ ਮੋਰਚੇ ਨਾਲ ਜੁੜੀ ਸੀਗੀ, ਸਪੋਰਟ ਸਭ ਦੀ ਸੀਗੀ। ਪਰ ਇਹ ਮੋਰਚਾ ਕਿਵੇਂ ਖਿੰਡ ਗਿਆ ਅਜੇ ਤੱਕ ਪਤਾ ਨਹੀਂ ਲੱਗਿਆ। ਹੁਣ ਫਿਰ ਗੱਲਾਂ ਚੱਲਦੀਆਂ ਕਿ ਬਰਗਾੜੀ ਮੋਰਚੇ ਦੇ ਲਈ ਆਪਾਂ ਗ੍ਰਿਫਤਾਰੀ ਦੇਣੀ ਆ। ਮੈਂ ਅੱਗੇ ਵੀ ਗੱਲ ਕਹੀ ਸੀ, ਅੱਜ ਵੀ ਕਹਿਣਾ ਕਿ ਇੱਕ ਵਾਰ ਸਫਲਤਾ ਮਿਲੀ ਇਸ ਮੋਰਚੇ ਨੂੰ, ਲੋਕਾਂ ਦਾ ਭਰੋਸਾ ਟੁੱਟਿਆ, ਹੁਣ ਉਹ ਗੱਲ ਬਣਨੀ ਨਹੀਂ। ਭਾਵੇਂ ਜਿੰਨੀਆਂ ਮਰਜ਼ੀ ਜਥੇਬੰਦੀਆਂ ਇਹ ਗੱਲ ਕਹਿਣ, ਭਾਵੇਂ ਕੋਈ ਵੀ ਨੇਤਾ ਕਵੇ ਕਿ ਅਸੀਂ ਦੁਬਾਰਾ ਮੋਰਚਾ ਲਾਉਨੇ ਆ, ਹੁਣ ਉਹ ਗੱਲ ਨਹੀਂ ਬਣਨੀ। ਸੋ ਕਹਿਣ ਦਾ ਭਾਵ ਇਹ ਜੀ ਕਿ 20 ਤਰੀਕ ਨੂੰ ਹੁਣ ਕੀ ਹੁਕਮਨਾਮਾ ਸੁਣਾਉਣਗੇ ਧਿਆਨ ਸਿੰਘ ਮੰਡ ਹੋਰੀ, ਤੇ ਉਹਨਾਂ ਦੇ ਹੁਕਮਨਾਮੇ ਦਾ ਕੌਣ ਪਾਲਣ ਕਰੂਗਾ ਇੱਕ ਤਾਂ ਇਹ ਵਕਤ ਦੱਸੂਗਾ। ਪਰ ਧਿਆਨ ਸਿੰਘ ਮੰਡ ਹੈਗੇ ਨੇ ਜਿਹੜੇ ਜਥੇਦਾਰ, ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾਂਦਾ, ਪਰ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਿਵੇਂ ਫਸੀਲ ਦੇ ਉੱਤੇ ਜਾ ਕੇ ਆਪਣਾ ਹੁਕਮਨਾਮਾ ਜਾਰੀ ਕਰ ਸਕਦੇ ਆ, ਕਿਉਂਕਿ ਹੁਕਮਨਾਮਾ ਜਾਰੀ ਕਰਨ ਦੇ ਲਈ ਵੀ ਇੱਕ ਮਰਿਆਦਾ, ਇੱਕ ਤਰੀਕਾ। ਸੋ ਵਕਤ ਦੱਸੂਗਾ ਵੀ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਸਾਹਮਣੇ ਆਉਂਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਆ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।